ਪ੍ਰੋਗਰਾਮ ਮੁੱਦਾ USA ਵਿੱਚ ਤੁਹਾਡਾ ਹਾਰਦਿਕ ਸਵਾਗਤ ਹੈ। ਅੱਜ ਮੁੱਦਾ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਨ ਲਈ ਸਾਡੇ ਨਾਲ ਉੱਘੇ ਸਿੱਖ ਲੀਡਰ ਜਸਦੀਪ ਸਿੰਘ ਜੈਸੀ ਨਾਲ ਨੇ। ਜੈਸੀ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਸਰ। ਜਸਦੀਪ ਸਿੰਘ ਜੈਸੀ ਜਿੱਥੇ ਸਿਕਸ ਆਫ ਅਮਰੀਕਾ ਦੇ ਚੇਅਰਮੈਨ ਨੇ, ਉੱਥੇ ਪਿਛਲੀਆਂ ਇਲੈਕਸ਼ਨਸ ਦੇ ਵਿੱਚ ਵੀ ਅਤੇ ਇਸ ਇਲੈਕਸ਼ਨਸ ਦੇ ਵਿੱਚ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੀ ਕੰਪੇਨ ਦੇ ਵਿੱਚ ਸਰਗਰਮ ਭੂਮਿਕਾ ਨਿਭਾ ਰਹੇ ਨੇ। ਜੈਸੀ ਜੀ, ਡੋਨਲਡ ਟਰੰਪ ਸਾਹਿਬ ਦੇ ਬਾਰੇ ਕਈ ਚੀਜ਼ਾਂ ਜਿਹੜੀਆਂ ਨੇ ਉਹ ਇਸ ਵੇਲੇ ਮੀਡੀਆ ਦੇ ਵਿੱਚ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਨੇ। ਮੇਲ ਇਨ ਵੋਟਿੰਗ ਦੇ ਬਾਰੇ ਇੱਕ ਪਾਸੇ ਉਹ ਕਹਿੰਦੇ ਨੇ ਨਵਾਡਾ ਦੇ ਵਿੱਚ ਉਹਨਾਂ ਦੀ ਕੰਪੇਨ ਟੀਮ ਜਿਹੜੀ ਆ ਉਹ ਕੇਸ ਫਾਈਲ ਕਰ ਰਹੀ ਆ, ਅਤੇ ਫਲੋਰੀਡਾ ਦੇ ਵਿੱਚ ਉਹ ਕਹਿ ਰਹੇ ਨੇ ਕਿ ਵੋਟਿੰਗ ਹੋ ਜਾਣੀ ਚਾਹੀਦੀ ਆ, ਮੇਲ ਇਨ ਵੋਟਿੰਗ। ਇਹਦੇ ਨਾਲ ਹੀ ਕਈ ਇਸ਼ੂ ਇਸ ਤਰ੍ਹਾਂ ਦੇ ਲੱਗਦੇ ਨੇ ਜਿਨ੍ਹਾਂ ਦਾ ਇੰਪੈਕਟ H1B ਦਾ ਕਰਕੇ ਭਾਰਤ ਸਮਝਦਾ ਕਿ ਸਾਡੇ ਲੋਕਾਂ 'ਤੇ ਜ਼ਿਆਦਾ ਪੈ ਰਿਹਾ। ਸਿੱਖ ਮਸਲੇ ਵੀ ਇਸ ਵੇਲੇ ਕਾਫੀ ਗੁੰਝਲਦਾਰ ਬਣੇ ਹੋਏ ਨੇ ਅਮਰੀਕਾ ਦੇ ਵਿੱਚ। ਸੋ ਜਿੱਥੇ ਤੁਹਾਡਾ ਇਸ ਵੇਲੇ ਰੋਲ ਸਿੱਖ ਸਿਆਸਤ ਦੇ ਵਿੱਚ ਅਮਰੀਕਾ ਦੀ ਖਾਸ ਕਰਕੇ, ਉੱਥੇ ਨਾਲ ਹੀ ਇੱਥੋਂ ਦੀ ਮੇਨ ਸਟਰੀਮ ਜਿਹੜੀ ਪੋਲੀਟਿਕਸ ਆ ਉਹਦੇ ਵਿੱਚ ਵੀ ਸਰਗਰਮ ਹੋ। ਮੇਰਾ ਪਹਿਲਾ ਸਵਾਲ ਹੈ ਤੁਹਾਨੂੰ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੀ ਕੰਪੇਨ ਦੇ ਬਾਰੇ, ਜਿਹੜੇ ਇਸ ਵੇਲੇ ਵਿਵਾਦ ਤੇ ਚਰਚਾ ਨੇ, ਉਹਨੂੰ ਤੁਸੀਂ ਕਿਵੇਂ ਦੇਖਦੇ ਹੋ? ਦੇਖੋ, ਪ੍ਰੈਜ਼ੀਡੈਂਟ ਡੋਨਲਡ ਟਰੰਪ 2015 ਤੋਂ ਹੀ ਵਿਵਾਦਾਂ ਦੇ ਘੇਰੇ 'ਚ ਨੇ। ਜਦੋਂ ਇਹ ਪਹਿਲੀ ਵਾਰੀ ਇਹਨਾਂ ਨੇ ਅਨਾਊਂਸ ਕੀਤਾ ਸੀ ਵੀ ਮੈਂ ਅਮਰੀਕਾ ਦੇ ਪ੍ਰੈਜ਼ੀਡੈਂਟ ਲਈ ਚੁਣਾਵ ਵਿੱਚ ਖੜਾ ਹੋ ਰਿਹਾ ਜੀ, ਇਹ ਵਿਵਾਦ ਉਸ ਵੇਲੇ ਸ਼ੁਰੂ ਹੋ ਗਏ ਸੀ ਕਿਉਂਕਿ ਪ੍ਰੈਜ਼ੀਡੈਂਟ ਡੋਨਲਡ ਟਰੰਪ ਇੱਕ ਇਨਸਾਈਡਰ ਨਹੀਂ ਨੇ, ਜਿਹਨੂੰ ਕਹਿੰਦੇ ਨੇ ਸਵਾਂਪ ਜਿਹੜਾ ਹੈ, ਜਿਹੜੀ ਪੋਲੀਟਿਕਸ, ਇੱਕ ਪੋਲੀਟੀਸ਼ੀਅਨ ਨਹੀਂ ਨੇ, ਉਹ ਬਾਹਰੋਂ ਆਏ ਨੇ। ਔਰ ਜਿਹੜੇ ਇੱਥੇ ਪੋਲੀਟੀਸ਼ੀਅਨ ਆਪਣੀ ਦੁਕਾਨਾਂ 30 ਸਾਲ 50 ਸਾਲ ਤੋਂ ਲਗਾ ਕੇ ਬੈਠੇ ਸੀ, ਜਿਸ ਤਰ੍ਹਾਂ ਤੁਹਾਡੀ ਨੈਂਸੀ ਪਲੋਸੀ ਹੋ ਗਈ, ਤੁਹਾਡੇ ਚੱਕ ਸ਼ੂਮਰ ਹੋ ਗਏ, ਹੋਰ ਰਿਪਬਲਿਕਨਸ ਵੀ ਕਈ ਨੇ, ਜਿਹੜੇ ਤੁਹਾਡੇ ਮਕੇਨ ਹੁੰਦੇ ਸਨ ਸੈਨੇਟਰ, ਇਹ ਸਾਰਿਆਂ ਦੀ ਦੁਕਾਨਾਂ ਸਨ। ਬੁਸ਼ ਹੁੰਦੇ ਸਨ, ਰਿਪਬਲਿਕਨ ਡੈਮੋਕ੍ਰੇਟ ਬੋਥ ਸਾਈਡਸ। ਇਹਨਾਂ ਨੇ ਇਹਨਾਂ ਨੂੰ ਐਜ਼ ਥ੍ਰੈਟ ਲਿਆ ਹੈ ਕਿਉਂਕਿ ਇਹ ਬਾਹਰੋਂ ਆ ਰਹੇ ਨੇ, ਇਹ ਨੈਸ਼ਨਲਿਸਟ ਨੇ, ਕਲੀਨ ਸਲੇਟ ਲੈ ਕੇ ਆ ਰਹੇ ਨੇ, ਪੋਲੀਟਿਕਸ ਦਾ ਇਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ। ਇਹ ਕੰਟਰੀ ਦੀ ਬਿਹਤਰੀ ਵਾਸਤੇ ਆ ਰਹੇ ਸਨ ਅਤੇ ਸਵਾਂਪ ਨੂੰ ਇਹਨਾਂ ਨੇ ਡਰੇਨ ਕਰਨਾ ਸੀ। ਇਸ ਕਰਕੇ ਇਹਨਾਂ ਦੇ ਖਿਲਾਫ ਜਿੰਨੇ ਵੀ ਵਿਵਾਦ ਹੋ ਸਕਦੇ ਸਨ ਉਹ ਬਣਾਏ ਗਏ। ਰਸ਼ੀਆ ਕੋalition ਅਤੇ ਜੋ ਇਹਨਾਂ ਨੂੰ ਇੰਪੀਚ ਵੀ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਹਰ ਤਰਫੋਂ ਡੋਨਲਡ ਟਰੰਪ ਜਿਹੜੇ ਨੇ ਉਹ ਬਿਲਕੁਲ ਬੇਦਾਗ ਹੋ ਕੇ ਔਰ ਹਮੇਸ਼ਾ ਵਿਕਟੋਰੀਅਸ ਉਭਰੇ ਨੇ। ਅਤੇ ਮੀਡੀਆ, ਅਨਫੋਰਚੂਨੇਟਲੀ ਮੈਨੂੰ ਇਹ ਕਹਿਣਾ ਪਏਗਾ ਕਿ ਅਮਰੀਕਾ ਦਾ ਜਿਹੜਾ ਮੀਡੀਆ ਇਸ ਵੇਲੇ ਉਹ ਬਿਲਕੁਲ ਗੋਦੀ ਮੀਡੀਆ ਹੋਇਆ ਇਸ ਵੇਲੇ ਟਰੰਪ ਦੇ ਖਿਲਾਫ ਔਰ ਡੈਮੋਕ੍ਰੇਟਸ ਦੇ ਨਾਲ ਨੇ। ਔਰ ਇਹ ਵਿਵਾਦ ਜਿਹੜੇ ਨੇ ਇਹ ਆਪ ਕ੍ਰੀਏਟ ਕੀਤੇ ਜਾਂਦੇ ਨੇ, ਪਰ ਜਿਸ ਤਰ੍ਹਾਂ ਅਸੀਂ 2016 ਵਿੱਚ ਵੇਖਿਆ ਸੀ ਕਿ ਵਿਵਾਦਾਂ ਦੇ ਪਰੇ ਇਹਨਾਂ ਸਾਰਿਆਂ ਵਿਵਾਦਾਂ 'ਚੋਂ ਟਰੰਪ ਵਿਕਟੋਰੀਅਸ ਨਿਕਲੇ ਸਨ। ਇਸ ਸਾਲ 2020 ਵਿੱਚ ਵੀ ਇਹ ਵਿਵਾਦ ਜਿਹੜੇ ਨੇ ਵਿਵਾਦ ਹੀ ਰਹਿਣਗੇ ਔਰ ਜੇ ਰਿਜ਼ਲਟ ਆਉਣਾ ਹੈ ਅਤੇ ਡੋਨਲਡ ਟਰੰਪ ਨੇ ਇੱਕ ਵਾਰੀ ਫਿਰ ਵਿਕਟੋਰੀਅਸ ਹੋਣਾ ਹੈ। ਜਿਹੜੀ ਮੇਲ ਇਨ ਵੋਟਿੰਗ ਹੈ, ਤੁਹਾਨੂੰ ਲੱਗਦਾ ਜੋ ਪ੍ਰੈਜ਼ੀਡੈਂਟ ਡੋਨਲਡ ਟਰੰਪ ਕਹਿੰਦੇ ਨੇ ਕਿ ਇਹਦੇ 'ਚ ਹੇਰਾਫੇਰੀ ਦੇ ਬੜੇ ਖਦਸ਼ੇ ਨੇ? ਬਿਲਕੁਲ, ਇਹਦੇ 'ਚ ਦੇਰੀ ਹੋ ਜਾਊਗੀ। ਨਵਾਡਾ ਦੇ ਵਿੱਚ ਉਹ ਕਹਿੰਦੇ ਨੇ ਕੇਸ ਕਰਨਾ ਹੈ, ਫਲੋਰੀਡਾ ਦੇ ਵਿੱਚ ਕਹਿੰਦੇ ਨੇ ਇਨਫਰਾਸਟਰਕਚਰ ਸਾਡੇ ਕੋਲ ਬਹੁਤ ਵਧੀਆ ਹੈ ਕਿਉਂਕਿ ਉੱਥੋਂ ਦੇ ਗਵਰਨਰ ਜਿਹੜੇ ਨੇ ਉਹ ਰਿਪਬਲਿਕਨ ਨੇ। ਕੀ ਇਹ ਇਸ ਕਰਕੇ ਹੈ ਜਾਂ ਇਹਦੇ ਪਿੱਛੇ ਹੋਰ ਕਾਰਨ ਨੇ? ਮੈਂ ਤੁਹਾਨੂੰ ਇਹਦੇ ਕਾਰਨ ਦੱਸਣਾ ਕਿ ਅਮਰੀਕਾ ਜਿਹੜਾ ਹੈ ਉਹ ਮੇਲ ਇਨ ਵੋਟਿੰਗ ਵਾਸਤੇ ਬਿਲਕੁਲ ਪ੍ਰੀਪੇਅਰਡ ਨਹੀਂ ਹੈ। ਇੱਕ ਹੁੰਦੀ ਹੈ ਐਬਸੈਂਟੀ ਬੈਲਟ ਕਿ ਜਿਹੜੇ ਲੋਕੀ ਕਿਸੇ ਕਾਰਨ ਕਰਕੇ ਵੋਟ ਨਹੀਂ ਪਾ ਸਕਦੇ, ਮੈਡੀਕਲ ਕੰਡੀਸ਼ਨਸ ਜਾਂ ਉਹ ਕਿਧਰੇ ਜੌਬ ਉਹਨਾਂ ਦੀ ਮਿਲਟਰੀ ਵਿੱਚ ਨੇ ਜਾਂ ਗਵਰਨਮੈਂਟ ਸਰਵਿਸਿਜ਼ ਵਿੱਚ ਨੇ, ਹੋਰ ਸ਼ਹਿਰਾਂ ਵਿੱਚ ਉਹਨਾਂ ਦੀ ਪੋਸਟਿੰਗ ਹੋਈ ਹੈ, ਉਹ ਆਪਣੀ ਐਬਸੈਂਟੀ ਬੈਲਟਸ ਮੇਲ ਕਰ ਸਕਦੇ ਨੇ। ਉਹ ਬੜਾ ਇੱਕ ਘੱਟ ਨੰਬਰ ਹੁੰਦਾ ਹੈ। ਪਰ ਜੇ ਹੁਣ ਤੁਸੀਂ ਅਜੇ ਕਹਿ ਦਿਓ ਕਿ ਸਾਰੇ ਹੀ ਅਸੀਂ ਮੇਲ ਕਰਕੇ ਪਾ ਸਕਦੇ ਹਾਂ, ਅਤੇ ਉਹਦੇ ਵਿੱਚ ਅਮਰੀਕਾ ਹਾਲੇ ਤਿਆਰ ਨਹੀਂ ਹੈ। ਉਹਦੇ 'ਚ ਫਰੋਡ ਦੇ ਬਹੁਤ ਜ਼ਿਆਦਾ ਚਾਂਸਿਸ ਨੇ। ਔਰ ਖਾਸ ਕਰ ਤੁਸੀਂ ਦੇਖ ਸਕਦੇ ਹੋ ਕਿ ਕੁਝ ਸਟੇਟਾਂ ਵਿੱਚ, ਮੈਰੀਲੈਂਡ ਹੀ ਲੈ ਲਓ, ਉੱਥੇ ਪ੍ਰਾਇਮਰੀ ਇਲੈਕਸ਼ਨ ਵਿੱਚ ਇੱਥੇ ਹੋਇਆ ਸੀ ਮੇਲ ਇਨ ਵੋਟਿੰਗਸ, ਉਹ ਬਿਲਕੁਲ ਫਲॉप ਗਈਆਂ ਨੇ। ਉੱਥੇ ਹੁਣ ਤੱਕ ਰਿਜ਼ਲਟ ਨਹੀਂ ਆਇਆ, 2 ਮਹੀਨੇ ਹੋ ਗਏ ਨੇ ਐਂਡ ਉਹ ਬਿਲਕੁਲ ਹੈਂਡਲ ਨਹੀਂ ਕਰ ਪਾਏ। ਫਲੋਰੀਡਾ ਇੱਕ ਐਸੀ ਸਟੇਟ ਹੈ ਜਿਹੜਾ ਤੁਹਾਨੂੰ ਯਾਦ ਹੋਏਗਾ ਜਦ ਐਲ ਗੋਰ ਅਤੇ ਜਾਰਜ ਬੁਸ਼ ਦੀ ਇਲੈਕਸ਼ਨ ਹੋਈ ਸੀ, ਉਸ ਵੇਲੇ ਫਲੋਰੀਡਾ ਵਿੱਚ ਬਹੁਤ ਜ਼ਿਆਦਾ ਕੰਟਰੋਵਰਸੀ ਹੋਈ ਸੀ ਉਹਨਾਂ ਦੇ ਇਲੈਕਸ਼ਨ ਵੇਲੇ, ਉਹਨਾਂ ਦੀ ਵੋਟਿੰਗ ਸਿਸਟਮ ਨੂੰ ਲੈ ਕੇ। ਮਾਮਲਾ ਸੁਪਰੀਮ ਕੋਰਟ ਤੱਕ ਗਿਆ ਸੀ ਅਤੇ ਸੁਪਰੀਮ ਕੋਰਟ ਨੇ ਜਾਰਜ ਬੁਸ਼ ਨੂੰ ਕਿਹਾ ਸੀ ਵੀ ਤੁਸੀਂ ਪ੍ਰੈਜ਼ੀਡੈਂਟ ਹੋ। ਉਸ ਤੋਂ ਬਾਅਦ ਫਲੋਰੀਡਾ ਨੇ ਕਾਫੀ ਰਿਫਾਰਮ ਕੀਤੇ ਨੇ ਔਰ ਉਹਨਾਂ 'ਚੋਂ ਇੱਕ ਮੇਲ ਵੋਟਿੰਗ ਦਾ ਵੀ ਉਹਨਾਂ ਨੇ ਕੀਤਾ ਹੈ ਔਰ ਦੇ ਆਰ ਇਕੁਇਪਡ ਟੂ ਹੈਂਡਲ
ਮੇਲ ਇਨ ਵੋਟਿੰਗ। ਇਸ ਕਰਕੇ ਉੱਥੇ ਹੋ ਸਕਦੀ ਹੈ। ਬਾਕੀ ਸਟੇਟਾਂ ਵਿੱਚ ਨੇਵਾਡਾ ਹੋ ਗਈ, ਕੈਲੀਫੋਰਨੀਆ ਹੋ ਗਈ, ਮੈਰੀਲੈਂਡ, ਨਿਊਯਾਰਕ, ਇਹ ਸਟੇਟਾਂ ਬਿਲਕੁਲ ਇਕਵਿਪ ਨਹੀਂ ਹੈ। ਔਰ ਇੱਥੇ ਇਲੀਗਲ ਮਾਈਗ੍ਰੈਂਟਸ ਔਰ ਇੱਕ ਨਾਰਮਲ ਵੋਟਿੰਗ 'ਚ ਇੰਨੇ ਫਰਾਡ ਦੇ ਕੇਸਿਸ ਸਾਹਮਣੇ ਆਉਂਦੇ ਨੇ, ਤੇ ਮੇਲ ਇਨ ਵਿੱਚ ਤੇ ਬਹੁਤ ਜ਼ਿਆਦਾ ਹੋਣਗੇ। ਕਰੋਨਾ ਵਾਇਰਸ ਨੂੰ ਨਾ ਸੰਭਾਲ ਪਾਉਣ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿ ਪ੍ਰੈਜ਼ੀਡੈਂਟ ਡੋਨਲਡ ਟਰੰਪ ਜਿਸ ਤਰ੍ਹਾਂ ਦੇ ਕਈ ਵਾਰੀ ਫਿਗਰਸ ਦਿੰਦੇ ਨੇ, ਉਹਨਾਂ ਤੋਂ ਉਹਨਾਂ ਨੂੰ ਵਾਪਸ ਪਰਤਣਾ ਪੈਂਦਾ ਹੈ? ਕੀ ਕਹਿਣਾ ਤੁਹਾਡਾ ਇਹਦੇ ਬਾਰੇ? ਕਰੋਨਾ ਵਾਇਰਸ ਦਾ ਜਿਹੜਾ ਦੁਨੀਆ ਵਿੱਚ ਮੇਰੇ ਖਿਆਲ ਕੋਈ ਮੁਲਕ ਨਹੀਂ ਹੈ ਜਿਹੜਾ ਇਹਨੂੰ ਹਾਲੇ ਤੱਕ ਸਮਝ ਸਕਿਆ ਹੋਵੇ। ਇਹ ਇੱਕ ਐਸੀ ਬਿਮਾਰੀ ਆਈ ਹੈ ਜਿਹਦਾ ਕਿਸੇ ਨੂੰ ਕੋਈ ਰੈਕਡ ਨਹੀਂ ਸੀ, ਕੋਈ ਐਕਸਪੀਰੀਅੰਸ ਨਹੀਂ ਸੀ। ਔਰ ਮੈਂ ਸਮਝਦਾ ਇਸ ਦੇ ਬਾਵਜੂਦ ਅਮਰੀਕਾ ਨੇ ਇੱਕ ਬਹੁਤ ਹੀ ਅੱਛੇ ਤਰੀਕੇ ਨਾਲ ਇਹਨੂੰ ਹੈਂਡਲ ਕੀਤਾ ਹੈ। ਪ੍ਰੈਜ਼ੀਡੈਂਟ ਡੋਨਲਡ ਟਰੰਪ ਪਹਿਲੇ ਪ੍ਰੈਜ਼ੀਡੈਂਟ ਸਨ ਜਿਨ੍ਹਾਂ ਨੇ ਕਿਹਾ ਸੀ ਕਿ ਚਾਈਨਾ ਤੋਂ ਇੱਕ ਆ ਰਿਹਾ। ਉਹਨਾਂ ਨੇ ਸਭ ਤੋਂ ਪਹਿਲਾਂ ਚਾਈਨਾ ਤੋਂ ਫਲਾਈਟਾਂ ਬੰਦ ਕੀਤੀਆਂ ਸੀ, ਔਰ ਚਾਈਨਾ ਨਾਲ ਸਾਰੇ ਟਰਾਂਸਪੋਰਟੇਸ਼ਨ ਬੰਦ ਕੀਤੇ ਸੀ। ਉਸ ਵੇਲੇ ਡੈਮੋਕ੍ਰੇਟਸ ਕਹਿੰਦੇ ਸੀ ਕਿ ਇਹਨਾਂ ਨੇ ਗਲਤ ਕੀਤਾ ਹੈ। ਉਹ ਕਹਿੰਦੇ ਸੀ ਨਹੀਂ ਜੀ, ਓਵਰ ਰਿਐਕਟ ਕਰ ਰਹੇ ਨੇ। ਬਲਕਿ ਨੈਂਸੀ ਪਲੋਸੀ ਚਾਈਨੀਜ਼ ਨਿਊ ਈਅਰ ਨਿਊਯਾਰਕ ਵਿੱਚ ਮਨਾਉਣਾ ਸੀ, ਉੱਥੇ ਲੋਕਾਂ ਨੂੰ ਸੱਦਾ ਦਿੰਦੀ ਸੀ ਕਿ ਜਿੰਨੇ ਜ਼ਿਆਦਾ ਤੋਂ ਜ਼ਿਆਦਾ ਲੋਕ ਆ ਕੇ ਉੱਥੇ ਮਨਾਈਏ ਇਕੱਠੇ ਹੋ ਕੇ। ਔਰ ਉੱਥੋਂ ਨਿਊਯਾਰਕ ਵਿੱਚ ਕਰੋਨਾ ਵਾਇਰਸ ਫੈਲਿਆ ਹੈ, ਜਿਹੜਾ ਨਿਊਯਾਰਕ ਸਭ ਤੋਂ ਵਰਸਟ ਸਟੇਟ ਹੋਈ ਸੀ। ਉਹ ਕਿਉਂਕਿ ਨੈਂਸੀ ਪਲੋਸੀ ਨੇ ਇਗਨੋਰ ਕੀਤੇ ਸੀ ਜੋ ਡੋਨਲਡ ਟਰੰਪ ਕਹਿ ਰਿਹਾ ਸੀ ਉਸ ਵੇਲੇ, ਔਰ ਕਿਹਾ ਸੀ ਐਗਜ਼ੈਜਰੇਟ ਕਰ ਰਹੇ ਨੇ, ਔਰ ਉੱਥੇ ਲੋਕਾਂ ਨੂੰ ਬੁਲਾ ਕੇ ਚਾਈਨੀਜ਼ ਨਿਊ ਈਅਰ ਮਨਾਇਆ ਸੀ। ਤੇ ਮੈਂ ਸਮਝਦਾ ਕਿ ਇੱਕ ਹੋਰ ਵੀ ਗੱਲ ਹੈ ਕਿ ਅਮਰੀਕਾ ਨੇ ਦੁਨੀਆ ਵਿੱਚ ਸਭ ਤੋਂ ਜ਼ਿਆਦਾ ਟੈਸਟ ਕੀਤੇ ਨੇ, ਔਰ ਅੱਜ ਵੀ ਹੋ ਰਹੇ ਨੇ। ਔਰ ਜਿੱਥੇ ਤੁਸੀਂ ਜ਼ਿਆਦਾ ਟੈਸਟ ਕਰੋਗੇ ਉੱਥੇ ਕੇਸਿਸ ਵੀ ਨਿਕਲਣਗੇ। ਐਬਸੋਲੂਟਲੀ। ਤੇ ਇਸ ਕਰਕੇ ਅਮਰੀਕਾ ਦੇ ਕੇਸਿਸ ਜ਼ਿਆਦਾ ਨੇ। ਹਾਂ, ਅਨਫੋਰਚੂਨੇਟਲੀ ਇਸ ਸਾਲ ਅਮਰੀਕਾ 'ਚ ਇਲੈਕਸ਼ਨ ਹੈ, ਔਰ ਇਹਨੂੰ ਪੂਰੇ ਕਰੋਨਾ ਕੇਸ ਨੂੰ ਡੈਮੋਕ੍ਰੇਟਸ ਜਿੰਨਾ ਪੋਲੀਟੀਸਾਈਜ਼ ਕਰ ਸਕਦੇ ਨੇ ਜੀ ਉਹ ਕਰ ਰਹੇ ਨੇ। ਹੋਰ ਮੁਲਕਾਂ ਵਿੱਚ ਤੁਸੀਂ ਦੇਖ ਰਹੇ ਹੋ ਕਿ ਲੋਕ ਆਪੋਜੀਸ਼ਨ ਪਾਰਟੀ ਇਹ ਜੀ ਜਦੋਂ ਵਿਪਦਾ ਆਉਂਦੀ ਹੈ ਸਾਰੇ ਇਕੱਠੇ ਹੋ ਕੇ ਆਪਣੇ ਪ੍ਰੈਜ਼ੀਡੈਂਟ ਦੇ ਨਾਲ ਖੜੇ ਹੁੰਦੇ ਨੇ। ਅਸੀਂ ਇੱਥੇ ਬਿਲਕੁਲ ਉਹ ਨਹੀਂ ਵੇਖ ਰਹੇ ਹਾਂ ਕਿ ਡੈਮੋਕ੍ਰੇਟਸ ਕਿਸ ਤਰ੍ਹਾਂ ਕ੍ਰਿਟੀਸਾਈਜ਼ ਔਰ ਕਰ ਰਹੇ ਨੇ। ਉਹਨਾਂ ਨੂੰ ਕੋਈ ਫਿਕਰ ਨਹੀਂ ਹੈ ਕਰੋਨਾ ਵਾਇਰਸ ਦੀ, ਔਰ ਉਹ ਸਿਰਫ ਪ੍ਰੈਜ਼ੀਡੈਂਟ ਨੂੰ ਗੰਦਾ ਦਿਖਾਉਣਾ ਚਾਹੁੰਦੇ ਨੇ ਤਾਂ ਕਿ ਇਲੈਕਸ਼ਨ ਵਿੱਚ ਉਹਨਾਂ ਨੂੰ ਫਾਇਦਾ ਹੋ ਸਕੇ। ਇਹਦੇ 'ਚ ਕੋਈ ਸ਼ੱਕ ਨਹੀਂ ਕਿ ਜਦੋਂ ਅਸੀਂ ਦੇਖਦੇ ਹਾਂ ਕਿ ਜਿਹੜਾ ਸਟਿਮੂਲਸ ਪੈਕੇਜ ਦਿੱਤਾ ਸੀਗਾ ਉਹਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਨੇ ਬੜਾ ਦ੍ਰਿੜ ਸਟੈਂਡ ਲਿਆ ਸੀਗਾ ਕਿ ਇੰਨੇ ਪੈਸੇ ਦੇਣੇ ਨੇ। ਉਹਦੇ ਵਿੱਚ ਵੀ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੂੰ ਮੈਂ ਮਿਲਿਆ ਹੈ, ਜਿਹੜੇ ਬਿਜ਼ਨਸਮੈਨ ਨੇ, ਸਿੱਖ ਨੇ, ਪੰਜਾਬੀ ਨੇ, ਇੰਡੀਅਨ ਨੇ, ਉਹ ਡੈਮੋਕ੍ਰੈਟ ਸੀ, ਪਰ ਉਹਨਾਂ ਦਾ ਹੁਣ ਕਹਿਣਾ ਕਿ ਨੋ ਮੈਟਰ ਵਾਟ ਅਸੀਂ ਵੋਟ ਤਾਂ ਵੇਖੋ ਜੀ ਟਰੰਪ ਨੂੰ ਪਾਉਣੀ ਹੈ। ਤੁਸੀਂ ਸਮਝਦੇ ਹੋ ਕਿ ਇਹਦੇ ਬਾਰੇ ਵੀ ਜਿਹੜੀ ਗੱਲ ਹੁੰਦੀ ਆ ਕਿ ਪੈਸਾ ਹੀ ਇੰਨਾ ਲੋਕਾਂ ਨੂੰ ਦੇ ਦਿੱਤਾ ਜੀ, ਉਹਦੇ ਵਿੱਚ ਲੋਕ ਜਿਹੜੇ ਨੇ ਉਹ ਕੰਮਾਂ 'ਤੇ ਹੀ ਨਹੀਂ ਗਏ ਅਤੇ ਇਕੋਨਮੀ ਨੂੰ ਸੱਟ ਵੱਜੀ ਆ। ਹਾਊ ਯੂ ਸੀ ਦਿਸ ਸਟਿਮੂਲਸ ਪੈਕੇਜ? ਦੇਖੋ ਇਹਦੇ ਫਾਇਦੇ ਵੀ ਬਹੁਤ ਹੋਏ ਨੇ ਅਤੇ ਥੋੜ੍ਹਾ ਨੁਕਸਾਨ ਵੀ ਹੋਇਆ ਜੀ। ਮੈਂ ਸਮਝਦਾ ਕਿ ਫਾਇਦੇ ਬਹੁਤ ਜ਼ਿਆਦਾ ਹੋਏ ਨੇ, ਕਿਉਂਕਿ ਜਿਸ ਤਰ੍ਹਾਂ ਸ਼ਟ ਡਾਊਨ ਕੀਤਾ ਗਿਆ ਸੀ ਸਾਡੀ ਇਕੋਨਮੀ ਨੂੰ, ਦੁਨੀਆ ਦੀ ਸਭ ਤੋਂ ਵੱਡੀ ਇਕੋਨਮੀ ਅਮਰੀਕਾ ਦੀ, ਉਹਨੂੰ ਬ੍ਰੇਕਾਂ ਲਾ ਕੇ ਇੱਕਦਮ ਰੋਕਤਾ ਗਿਆ। ਔਰ ਇੱਕ ਖੌਫ, ਇੱਕ ਡਰ ਦਾ ਮਾਹੌਲ ਪੈ ਗਿਆ, ਬਿਜ਼ਨਸਿਸ ਰਾਤੋਂ ਰਾਤ ਬੰਦ ਹੋ ਗਏ। ਜੇ ਇਹ ਸਟਿਮੂਲਸ ਪੈਕੇਜ ਨਹੀਂ ਆਉਂਦਾ ਜੀ, ਔਰ ਮੈਂ ਸਮਝਦਾ ਕਿ ਪ੍ਰੈਜ਼ੀਡੈਂਟ ਟਰੰਪ ਦੀ ਜਗ੍ਹਾ ਕੋਈ ਹੋਰ ਪ੍ਰੈਜ਼ੀਡੈਂਟ ਹੁੰਦਾ ਜਿਹਨੂੰ ਬਿਜ਼ਨਸ ਦੀ ਜਾਂ ਇਕੋਨਮੀ ਦੀ ਜਿੰਨੀ ਇਹਨਾਂ ਨੂੰ ਸਮਝ ਹੈ, ਉਹਨਾਂ ਨੂੰ ਨਹੀਂ ਹੋਣੀ ਸੀ, ਤੇ ਮੇਰੇ ਹਿਸਾਬ ਨਾਲ ਇਹ ਇਕੋਨਮੀ ਸਾਡੀ ਬਿਲਕੁਲ ਹੀ ਖਤਮ ਹੋ ਜਾਣੀ ਸੀ। ਬਿਕੋਜ਼ ਡੋਨਲਡ ਟਰੰਪ ਜੋ ਕਿ ਇੱਕ ਸੀਜ਼ਨ ਬਿਜ਼ਨਸਮੈਨ ਨੇ, ਇਕੋਨਮੀ ਨੂੰ ਸਮਝਦੇ ਨੇ, ਉਹਨਾਂ ਨੇ ਸਟਿਮੂਲਸ ਪੈਕੇਜ ਕੱਢਿਆ ਤੇ ਸਾਡੀ ਇਕੋਨਮੀ ਹੁਣ ਵੀ ਇੰਨੀ ਰਿਸੈਸ਼ਨ ਦੇ ਜਾਣ ਦੇ ਬਾਵਜੂਦ ਅਸੀਂ ਫਿਰ ਇੱਕ ਉੱਪਰ ਆਉਣ ਦੀ ਪੂਰੀ ਤਿਆਰੀ ਵਿੱਚ ਹਾਂ। ਔਰ ਜਿੰਨੀ ਕਿ ਹੋਰ ਇਕੋਨਮੀਆਂ ਨੂੰ, ਇੰਡੀਆ ਦੀ ਇਕੋਨਮੀ, ਯੂਰਪ ਦੀ ਇਕੋਨਮੀ, ਜਿੰਨਾ ਉਹਨਾਂ ਨੂੰ ਫਰਕ ਪਿਆ, ਸਾਨੂੰ ਉਹਨਾਂ ਫਰਕ ਨਹੀਂ ਪਿਆ। ਹਾਂ, ਇਹ ਜ਼ਰੂਰ ਹੈ ਕਿ ਕਈ ਹੁਣ ਇਹਦਾ ਰੁਕਣਾ ਚਾਹੀਦਾ ਹੈ, ਕਿਉਂਕਿ ਕਈ ਲੋਕ ਹੁਣ ਘਰ ਬਹਿ ਕੇ ਜ਼ਿਆਦਾ ਪੈਸੇ ਮਿਲ ਰਹੇ ਨੇ ਬਜਾਏ ਕੰਮ ਕਰਨ ਤੋਂ, ਤੇ ਬਿਜ਼ਨਸਿਸ ਹੁਣ ਇਹ ਫੀਲ ਕਰ ਰਹੇ ਨੇ ਕਿ ਸਾਨੂੰ ਬੰਦੇ ਨਹੀਂ ਮਿਲ ਰਹੇ ਕੰਮ ਕਰਨ ਵਾਸਤੇ। ਐਬਸੋਲੂਟਲੀ। ਤੇ ਉਹਦੇ ਵਾਸਤੇ ਥੋੜ੍ਹਾ ਜਿਹਾ ਹੁਣ ਇਹਨੂੰ ਜਿਹਨੂੰ ਕਹਿੰਦੇ ਨਾ ਟਵੀਕ ਕਰਨ ਦੀ ਲੋੜ ਹੈ। ਆਪਾਂ ਪਹਿਲਾਂ ਵੀ ਗੱਲ ਕੀਤੀ ਸੀ, ਬਹੁਤ ਦੇਰ ਪਹਿਲਾਂ ਵੀ ਕਰਦੇ ਰਹੇ ਹਾਂ। ਪਿਛਲੀਆਂ ਇਲੈਕਸ਼ਨਸ ਦੇ ਬਾਰੇ ਵੀ ਪ੍ਰੈਜ਼ੀਡੈਂਟ ਟਰੰਪ ਜਦੋਂ ਚੁਣੇ ਗਏ ਨੇ, ਆਪਾਂ ਉਦੋਂ ਵੀ ਗੱਲ ਕੀਤੀ ਸੀ ਕਿ 1.25 ਲੱਖ ਖਾਲਸਾ ਸੀ ਜਿਹੜਾ ਉਦੋਂ ਪ੍ਰੈਜ਼ੀਡੈਂਟ ਟਰੰਪ ਦੇ ਨਾਲ ਤੁਰਿਆ ਸੀ। ਹਾਂਜੀ। ਤੇ ਹੁਣ ਇਸ ਵੇਲੇ ਵੇਖਣ 'ਚ ਆ ਰਿਹਾ ਹੈ ਕਿ ਜਿਹੜੇ ਪੂਰੇ ਗੁਰਸਿੱਖ ਸੀਗੇ ਉਹ ਵੀ ਇਸ ਵੇਲੇ ਸਪੋਰਟ 'ਤੇ ਨੇ ਰਿਪਬਲਿਕਨ ਪਾਰਟੀ ਦੀ। ਸਿੱਖ ਘੱਟ ਨੇ ਰਿਪਬਲਿਕਨ ਪਾਰਟੀ ਵੱਲ, ਪਰ ਹੁਣ ਬੈਂਡ ਆਫ ਮਾਈਂਡ ਇੱਧਰ ਨੂੰ ਜਾ ਰਿਹਾ ਹੈ। ਇਹਦੇ ਬਾਰੇ ਅਸੀਂ ਗੱਲ ਕਰਨੀ, ਔਰ ਸਿੱਖ ਸਿਆਸਤ ਕਿਸ ਤਰ੍ਹਾਂ ਦੀ ਟਰਨ ਲੈ ਰਹੀ ਆ, ਇਹਦੇ ਬਾਰੇ ਤੁਹਾਡੇ ਨਾਲ ਗੱਲ ਕਰਨੀ ਹੈ। ਤੁਹਾਡਾ ਹੋਰ ਸਮਾਂ ਲਵਾਂਗੇ, ਪਰ ਇਸ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਅਸੀਂ ਵਾਪਸ ਪਰਤਾਂਗੇ, ਗੱਲ ਕਰਾਂਗੇ ਜਸਦੀਪ ਸਿੰਘ ਜੈਸੀ ਹੋਰਾਂ ਨਾਲ, ਜਿਹੜੇ ਭਾਰਤ
ਤੇ ਅਮਰੀਕਾ ਦੇ ਸਬੰਧਾਂ ਦੇ ਵਿੱਚ ਇਸ ਵੇਲੇ ਕਿਸ ਤਰ੍ਹਾਂ ਦਾ ਬਦਲਾਅ ਆਇਆ ਹੈ, ਭਵਿੱਖ ਕਿਸ ਤਰ੍ਹਾਂ ਦਾ ਨਜ਼ਰ ਆ ਰਿਹਾ ਹੈ ਤੇ ਕਿਸ ਤਰ੍ਹਾਂ ਦੀ ਸਿੱਖ ਸਿਆਸਤ ਟਰਨ ਲੈ ਰਹੀ ਹੈ ਤੇ ਕਿਵੇਂ ਰਿਪਬਲਿਕਨ ਪਾਰਟੀ ਵੱਲ ਸਿੱਖ ਜਿਹੜੇ ਨੇ ਉਹ ਰੁਚਿਤ ਹੋ ਰਹੇ ਨੇ ਜਾਂ ਅਜੇ ਵੀ ਡੈਮੋਕ੍ਰੈਟਿਕ ਪਾਰਟੀ ਵੱਲ ਹੀ ਉਹ ਟਿਕੇ ਹੋਏ ਨੇ। ਇਹਨਾਂ ਦੇ ਬਾਰੇ ਗੱਲਾਂ ਹੋਣਗੀਆਂ ਪਰ ਇਸ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਗੱਲਬਾਤ ਚੱਲ ਰਹੀ ਹੈ ਸਿੱਖਸ ਆਫ ਅਮਰੀਕਾ ਦੇ ਚੇਅਰਮੈਨ ਜਸਦੀਪ ਸਿੰਘ ਜੈਸੀ ਹੋਰਾਂ ਨਾਲ। ਜੈਸੀ ਜੀ, ਤੁਹਾਡਾ ਫਿਰ ਸਵਾਗਤ ਹੈ। ਥੈਂਕ ਯੂ ਧੰਨਵਾਦ। ਜੈਸੀ ਜੀ, ਇੱਥੋਂ ਦੀ ਜੇ ਮੁੱਖ ਧਰਾਈ ਸਿਆਸਤ ਦੀ ਗੱਲ ਕਰੀਏ, ਮੈਂ ਇਹਨੂੰ ਇਸ ਤਰ੍ਹਾਂ ਦੇਖ ਰਿਹਾ ਕਿ ਹੁਣ ਹੀ ਜਿਹੜੇ ਓਕ ਕ੍ਰੀਕ ਗੁਰਦੁਆਰਾ ਸਾਹਿਬ ਦੀ 8ਵੀਂ ਦੁਖਾਂਤ ਤੇ 8ਵੀਂ ਵਰ੍ਹੇਗੰਢ ਸੀ ਔਰ ਜੇ ਦੇਖੀਏ ਤੇ ਇਹ 8 ਸਾਲ ਪਹਿਲੋਂ ਵਾਪਰੀ ਘਟਨਾ ਹੈ, ਪਰ ਸਮਝਿਆ ਇਹ ਜਾ ਰਿਹਾ ਹੈ ਕਿ ਇਹ ਨਫ਼ਰਤੀ ਪਾੜਾ ਹੁਣ ਬਹੁਤ ਵੱਧ ਗਿਆ ਪ੍ਰੈਜ਼ੀਡੈਂਟ ਟਰੰਪ ਦੇ ਟਾਈਮ 'ਚ। ਚਾਹੇ ਉਹ ਜਾਰਜ ਫਲੋਇਡ ਦੀ ਮੌਤ ਤੋਂ ਬਾਅਦ ਇੰਨੇ ਵੱਡੇ ਪੱਧਰ 'ਤੇ ਜਿਹੜੇ ਦੁਨੀਆ ਵਿੱਚ ਫੈਲੇ ਹੋਏ ਦੰਗੇ ਸੀਗੇ ਉਹਨਾਂ ਨੂੰ ਲੈ ਲਈਏ, ਜਾਂ ਉਸ ਵੇਲੇ ਜਿਹੜਾ ਸਾਡਾ ਦੁਖਾਂਤ ਸੀ ਜਿਹੜਾ ਸਿੱਖਾਂ ਨੇ ਝੱਲਿਆ ਹੈ। ਅੱਜ ਵੀ ਅਸੀਂ ਬਹੁਤ ਸਾਰੇ ਸਿੱਖਾਂ ਤੋਂ ਇੰਟਰਵਿਊ ਕਰਦੇ ਹਾਂ, ਗੱਲਬਾਤ ਕਰਦੇ ਹਾਂ, ਉਹ ਕਹਿੰਦੇ ਜੀ ਪ੍ਰੈਜ਼ੀਡੈਂਟ ਟਰੰਪ ਦੇ ਟਾਈਮ 'ਤੇ ਬਹੁਤ ਜ਼ਿਆਦਾ ਵੱਧ ਗਿਆ। ਤੁਸੀਂ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ? ਮੈਂ ਇਹਨੂੰ ਇਸ ਤਰ੍ਹਾਂ ਵੇਖਦਾ ਕਿ ਇਹ ਮੀਡੀਆ ਜਿਹੜਾ ਹੈ ਨਾ, ਇਹ ਜਿਹੜੀ ਪਿਕਚਰ ਪੋਰਟਰੇ ਕਰਦਾ ਹੈ, ਜ਼ਿਆਦਾਤਰ ਲੋਕ ਉਹਨੂੰ ਬਿਲੀਵ ਕਰਨ ਲੱਗ ਪੈਂਦੇ ਨੇ। ਜਦੋਂ ਵਿਸਕੌਨਸਿਨ ਵਿੱਚ ਸਾਡੇ ਨਾਲ ਇਹ ਹਾਦਸਾ ਹੋਇਆ ਸੀ, ਬੜੀ ਦੁਖਦ ਹਾਦਸਾ ਸੀ, ਉਹਨੂੰ 8 ਸਾਲ ਪੂਰੇ ਹੋਏ ਨੇ ਜੀ। ਉਸ ਵੇਲੇ ਡੋਨਲਡ ਟਰੰਪ ਪ੍ਰੈਜ਼ੀਡੈਂਟ ਨਹੀਂ ਸੀ, ਉਸ ਵੇਲੇ ਓਬਾਮਾ ਪ੍ਰੈਜ਼ੀਡੈਂਟ ਸਨ। ਔਰ ਅਸੀਂ ਦੇਖਿਆ ਕਿ ਹਾਂ, ਇੱਕ ਸਿਰਫਿਰਾ ਸੀ, ਇੱਕ ਵਾਈਟ ਸੁਪਰੀਮੇਸਿਸਟ ਸੀ ਜਿਹਨੇ ਆ ਕੇ ਗੋਲੀਆਂ ਚਲਾਈਆਂ ਸੀ। ਭਾਵੇਂ ਉਹਨੇ ਸੋਚਿਆ ਇਹ ਮਸਜਿਦ ਹੈ, ਇੱਥੇ ਮੁਸਲਮਾਨ ਲੋਕ ਜਾ ਰਹੇ ਨੇ, ਪਰ ਕਿਸੇ ਮਸਜਿਦ ਵਿੱਚ ਵੀ ਇਹ ਕੰਮ ਕਰਨਾ ਬਹੁਤ ਗਲਤ ਹੈ। ਜੋ ਵੀ ਉਹਨੇ ਸਮਝ ਕੇ ਕੀਤਾ ਸੀ, ਉਹ ਟੈਰਰਿਸਟ ਇਨਸੀਡੈਂਟ ਸਮਝ ਲਓ ਜੀ। ਪਰ ਅਸੀਂ ਉੱਥੇ ਇਹ ਵੀ ਮਿਸਾਲ ਵੇਖੀ ਸੀ ਕਿ ਪੂਰਾ ਅਮਰੀਕਾ ਉਸ ਵੇਲੇ ਜੁੜ ਕੇ ਸਾਡੇ ਨਾਲ ਖੜਾ ਹੋਇਆ ਸੀ ਔਰ ਅਮਰੀਕਾ ਦੇ ਝੰਡੇ ਲੋਅਰ ਕੀਤੇ ਗਏ ਸੀ ਔਰ ਇੱਕ ਪੁਲਿਸ ਵਾਲੇ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਗੈਰ ਉਸ ਬੰਦੇ ਨੂੰ ਉੱਥੇ ਹੀ ਸ਼ੂਟ ਕਰਤਾ ਸੀ। ਔਰ ਉਸ ਵਿੱਚ ਸਭ ਤੋਂ ਵੱਡੀ ਜਿਹੜੀ ਉਸ ਵੇਲੇ ਮੈਂ ਟੀਵੀ 'ਤੇ ਜਾਂਦਾ ਸੀ, ਮੈਂ ਲੋਕਾਂ ਨਾਲ ਗੱਲਾਂ ਕਰਦਾ ਸੀ, ਜਿਹੜੀ ਸਭ ਤੋਂ ਵੱਡੀ ਅਮਰੀਕਨਸ ਜਿਹੜੇ ਮੇਨ ਸਟਰੀਮ ਉਹ ਕਹਿੰਦਾ ਸੀ ਕਿ ਤੁਹਾਡੀ ਕੌਮ ਇੰਨੀ ਅੱਛੀ ਹੈ ਕਿ ਤੁਹਾਡੇ ਨਾਲ ਇੰਨਾ ਕੁਝ ਹੋਇਆ ਹੈ, ਤੁਸੀਂ ਇੱਕ ਪੱਥਰ ਵੀ ਨਹੀਂ ਚੁੱਕਿਆ ਤੇ ਇੱਕ ਬੱਸ ਨੂੰ ਅੱਗ ਵੀ ਨਹੀਂ ਲਾਈ ਤੇ ਤੁਸੀਂ ਬੜੀ ਪੀਸਫੁਲ ਤਰੀਕੇ ਨਾਲ ਇਹਨੂੰ ਸਾਰਾ ਰਿਜ਼ੋਲਵ ਕੀਤਾ ਔਰ ਸਾਡੇ ਨਾਲ ਪ੍ਰੈਜ਼ੀਡੈਂਟ ਵੀ ਖੜਾ ਹੋਇਆ ਸੀ ਆ ਕੇ ਔਰ ਸਾਨੂੰ ਉਹਦੇ ਨਾਲ ਉਹਨਾਂ ਜਿਹੜੇ ਉੱਥੇ ਸ਼ਹੀਦ ਹੋਏ ਸਨ ਵਿਸਕਾਨਸਿਨ ਗੁਰਦੁਆਰੇ ਵਿੱਚ, ਉਹਨਾਂ ਦੀ ਸ਼ਹਾਦਤ ਨੇ ਸਾਨੂੰ ਸਿੱਖ ਕੌਮ ਨੂੰ ਅਮਰੀਕਾ 'ਚ ਇੱਕ ਨਵੀਂ ਆਇਡੈਂਟੀਟੀ, ਇੱਕ ਆਵਾਜ਼ ਦਿੱਤੀ ਸੀ ਕਿ ਅੱਜ ਜਿਹੜੇ ਸਿੱਖਾਂ ਨੂੰ ਨਹੀਂ ਵੀ ਜਾਣਦੇ ਸਨ ਅਮਰੀਕਾ 'ਚ, ਉਹ ਸਾਰੇ ਜਾਣਨ ਲੱਗ ਗਏ ਸਨ। ਹਰ ਟੀਵੀ ਚੈਨਲ ਨੇ ਦੱਸਿਆ ਸੀ ਸਿੱਖ ਕੌਣ ਨੇ, ਤੇ ਅਸੀਂ ਉਸ ਚੀਜ਼ ਨੂੰ ਇੱਕ ਪੋਜ਼ੀਟਿਵ ਵੇ ਵਿੱਚ ਲਿਆ ਸੀ। ਹੁਣ ਜਿਹੜੇ ਕਹਿੰਦੇ ਨੇ ਜੀ ਇਹ ਅਸੀਂ ਜਿਹੜਾ ਇੱਕ ਨਫ਼ਰਤ ਚੱਲੀ ਸੀ ਉਹਨੂੰ ਅਸੀਂ ਉਸੇ ਵੇਲੇ ਰੋਕਤਾ ਸੀ ਸਿੱਖ ਕੌਮ ਨੇ। ਹੁਣ ਜਿਹੜੇ ਅੱਜ ਕਹਿੰਦੇ ਨੇ ਜੀ ਡੋਨਲਡ ਟਰੰਪ ਦੇ ਵੇਲੇ ਨਫ਼ਰਤਾਂ ਵੱਧ ਗਈਆਂ ਨੇ, ਮੈਂ ਤੁਹਾਨੂੰ ਜਾਰਜ ਫਲੋਇਡ ਦਾ ਇੰਸੀਡੈਂਟ ਦੇਣਾ ਜਿੱਥੋਂ ਸਾਰੇ ਰਾਇਟਸ ਸ਼ੁਰੂ ਹੋਏ ਨੇ। ਮਿਨੀਐਪੋਲਿਸ ਵਿੱਚ ਉੱਥੇ ਦੇ ਗਵਰਨਰ ਜਿਹੜੇ ਨੇ ਉਹ ਡੈਮੋਕਰੈਟ, ਸ਼ਹਿਰ ਦੇ ਮੇਅਰ ਜਿਹੜੇ ਨੇ ਉਹ ਡੈਮੋਕਰੈਟ, ਜਿਹੜੇ ਅਟਰਨੀ ਜਨਰਲ ਨੇ ਉਹ ਡੈਮੋਕਰੈਟ, ਪੁਲਿਸ ਚੀਫ ਜਿਹੜੇ ਉਹ ਕਾਲੇ ਬਲੈਕ। ਤੇ ਉਹਦੇ ਵਿੱਚ ਟਰੰਪ ਨੇ ਕੀ ਕੀਤਾ? ਦੂਜੀ ਗੱਲ, ਜਦੋਂ ਜਾਰਜ ਫਲੋਇਡ ਦੀ ਅਸੀਂ ਸਾਰੇ ਕਹਿੰਦੇ ਹਾਂ ਬੜੀ ਗਲਤ ਸੀ, ਉਹਨਾਂ ਦੇ ਗਰਦਨ 'ਤੇ ਜਿਹੜਾ ਪੁਲਿਸ ਨੇ ਪੈਰ ਰੱਖਿਆ ਸੀ, ਬਹੁਤ ਗਲਤ ਸੀ, ਬਟ ਵਿਦਿਨ 24 ਆਵਰਸ ਪ੍ਰੈਜ਼ੀਡੈਂਟ ਟਰੰਪ ਨੇ ਉਹਨੂੰ ਕੰਡੈਮ ਕੀਤਾ। ਜਸਟਿਸ ਡਿਪਾਰਟਮੈਂਟ ਨੂੰ ਫੈਡਰਲ ਇਨਵੈਸਟੀਗੇਸ਼ਨ ਦੇ ਆਰਡਰ ਦਿੱਤੇ ਔਰ ਉਸ ਤੋਂ ਬਾਅਦ ਉਹਨਾਂ ਨੇ ਜਿਹੜੀ ਫੈਮਿਲੀ ਸੀ ਜਾਰਜ ਫਲੋਇਡ ਦੀ, ਉਹਨੂੰ ਕਾਲ ਕਰਕੇ ਆਪਣਾ ਅਫਸੋਸ ਵੀ ਜ਼ਾਹਿਰ ਕੀਤਾ। ਠੀਕ ਹੈ ਨਾ? ਉਸ ਦੇ ਬਾਵਜੂਦ ਜਦ ਜਸਟਿਸ ਹੋ ਗਿਆ ਹੈ, ਸਰਵ ਹੋ ਗਿਆ, ਉਸ ਤੋਂ ਬਾਅਦ ਅੱਜ 3 ਮਹੀਨੇ ਬਾਅਦ ਤੱਕ ਅੱਗਾਂ ਲੱਗ ਰਹੀਆਂ ਨੇ, ਪ੍ਰੋਟੈਸਟ ਹੋ ਰਹੇ ਨੇ ਔਰ ਇਹ ਪ੍ਰੋਟੈਸਟ ਸਿਰਫ ਡੈਮੋਕ੍ਰੇਟ ਸਟੇਟਸ ਵਿੱਚ ਹੋ ਰਹੇ ਨੇ, ਜਿੱਥੇ ਗਵਰਨਰ ਜਾਂ ਉਹਨਾਂ ਸ਼ਹਿਰਾਂ ਵਿੱਚ ਜਿੱਥੇ ਮੇਅਰ ਡੈਮੋਕ੍ਰੇਟਸ ਨੇ। ਤੇ ਇਹ ਜਾਣ ਬੁੱਝ ਕੇ ਇਹਨਾਂ ਨੂੰ ਕੀਤਾ ਜਾ ਰਿਹਾ ਹੈ ਇਲੈਕਸ਼ਨ, ਕਿਉਂਕਿ ਡੈਮੋਕ੍ਰੇਟਸ ਨੂੰ ਪਤਾ ਅਸੀਂ ਇਲੈਕਸ਼ਨ ਹਾਰ ਚੁੱਕੇ ਹਾਂ, ਉਹਨਾਂ ਨੂੰ ਪਤਾ ਅਸੀਂ ਕੁਝ ਡਿਲੀਵਰ ਨਹੀਂ ਕੀਤਾ, ਅਸੀਂ ਬਲੈਕ ਕਮਿਊਨਿਟੀ ਵਾਸਤੇ, ਮਿਨੋਰਿਟੀਜ਼ ਵਾਸਤੇ ਅਸੀਂ ਕੁਝ ਵੀ ਕਦੇ ਡਿਲੀਵਰ ਨਹੀਂ ਕਰ ਸਕੇ ਜੋ ਡੋਨਲਡ ਟਰੰਪ ਨੇ ਆ ਕੇ 4 ਸਾਲ ਵਿੱਚ ਡਿਲੀਵਰ ਕਰਤਾ ਹੈ। ਜਸਟਿਸ ਰਿਫਾਰਮ ਜਿਹੜਾ ਕੀਤਾ ਹੈ ਬਲੈਕ ਕਮਿਊਨਿਟੀ ਵਾਸਤੇ, ਉਹ ਆਪਣੇ ਆਪ 'ਚ ਇੱਕ ਮਿਸਾਲ। ਤੇ ਇਹ ਜਿਹੜੇ ਅੱਜ ਬਾਈਡਨ ਵੀ ਜਦੋਂ ਕਹਿ ਰਹੇ ਨੇ ਕਿ ਅਸੀਂ ਜੀ ਜਸਟਿਸ ਮੈਂ ਹੋਰ ਰਿਫਾਰਮ ਕਰਾਂਗਾ, ਇਹਨਾਂ ਨੇ ਪਿਛਲੇ 40 ਸਾਲ 'ਚ ਕਿਉਂ ਨਹੀਂ ਕੀਤਾ? ਓਬਾਮਾ ਇੱਥੇ 8 ਸਾਲ ਪ੍ਰੈਜ਼ੀਡੈਂਟ ਰਿਹਾ ਹੈ, ਬਲੈਕ ਹੁੰਦਿਆਂ ਉਹਨਾਂ ਨੇ ਕਿਉਂ ਨਹੀਂ ਕੀਤਾ?
ਤੇ ਮੈਂ ਇਹ ਕਹਾਂਗਾ ਕਿ ਇਹ ਜਿਹੜੇ ਰॉयट्स ਹੋ ਰਹੇ ਨੇ, ਇਹ ਜਦੋਂ ਤੁਸੀਂ ਬੱਚਿਆਂ ਨੂੰ ਵੇਖਦੇ ਹੋ ਸ਼ਰਟਾਂ ਲਾ ਕੇ ਪੁਲਿਸ ਦੀ ਗੱਡੀਆਂ ਤੇ ਕੁੱਦਣਾ, ਅੱਗਾਂ ਲਾਣੀਆਂ, ਨਿਊਯਾਰਕ ਵਿੱਚ ਸਟੋਰ ਲੁੱਟਣੇ, ਇਹਦੇ ਨਾਲ ਕੋਈ ਰੇਸਲ ਜਿਹੜਾ ਇਹ ਚੰਗਾ ਨਹੀਂ ਹੋ ਰਿਹਾ। ਰੇਸ ਰਿਲੇਸ਼ਨਸ ਇਹ ਡਿਵਾਈਡ ਹੋ ਰਹੇ ਹੈ। ਤੇ ਔਰ ਜਦੋਂ ਪ੍ਰੈਜ਼ੀਡੈਂਟ ਟਰੰਪ ਕਹਿੰਦੇ ਨੇ ਮੈਂ ਫੈਡਰਲ ਫੋਰਸਿਸ ਭੇਜ ਰਿਹਾ, ਮੈਂ ਫੈਡਰਲ ਨੈਸ਼ਨਲ ਗਾਰਡ ਭੇਜ ਰਿਹਾ ਤਾਂ ਕਿ ਰੁਕਣ, ਇਹ ਡੈਮੋਕ੍ਰੈਟ ਮੇਅਰ ਉਹਨਾਂ ਨੂੰ ਆਉਣ ਨਹੀਂ ਦਿੰਦੇ। ਇਹ ਇੱਕ ਮਸਲਾ ਜਿਹੜਾ ਹੈ ਇਹ ਬਹੁਤ ਸੀਰੀਅਸ ਮਸਲਾ ਹੈ ਔਰ ਇਹਨੂੰ ਸਮਝਣਾ ਚਾਹੀਦਾ ਕਿ ਇਹਦੇ ਡੋਨਲਡ ਟਰੰਪ ਨਹੀਂ, ਇਹਦੇ 'ਚ ਇਹ ਪੋਲੀਟੀਕਲੀ ਜਿਹੜੇ ਡੈਮੋਕ੍ਰੇਟ ਪਾਰਟੀ ਹੈ, ਜਿਹੜੇ ਲੈਫਟਿਸਟ ਨੇ, ਅੰਟੀਫਾ ਹੈ, ਇਹ ਜਿਹੜੀਆਂ ਆਰਗੇਨਾਈਜੇਸ਼ਨਸ ਨੇ, ਸੋਸ਼ਲਿਸਟ ਕਮਿਊਨਿਸਟ ਆਰਗੇਨਾਈਜੇਸ਼ਨਸ, ਇਹ ਇਹਦੇ ਵਿੱਚ ਇਨਵੋਲਵ ਨੇ। ਜੇ ਆਪਾਂ ਇਹ ਦੇਖੀਏ ਕਿ ਇਸ ਵੇਲੇ ਕਾਫੀ ਨੌਜਵਾਨ ਨੇ ਜਿਹੜੇ ਹੁਣ ਸਿੱਖ ਨੇ, ਗੁਰਸਿੱਖ ਨੇ, ਉਹ ਇੱਧਰ ਨੂੰ ਆ ਰਹੇ ਨੇ ਔਰ ਖੁੱਲ੍ਹ ਕੇ ਗੱਲ ਕਰ ਰਹੇ ਨੇ ਪ੍ਰੈਜ਼ੀਡੈਂਟ ਟਰੰਪ ਦੀ ਸਪੋਰਟ ਦੇ ਵਿੱਚ। ਤੁਸੀਂ ਕਿਵੇਂ ਦੇਖਦੇ ਹੋ ਕਿ ਇਹ ਪ੍ਰੈਜ਼ੀਡੈਂਟ ਡੋਨਲਡ ਟਰੰਪ ਵੱਲ ਅਜੇ ਵੀ ਜਾਂ ਰਿਪਬਲਿਕਨ ਪਾਰਟੀ ਵੱਲ ਪੰਜਾਬੀਆਂ ਦਾ ਜਾਂ ਸਿੱਖਾਂ ਦਾ ਝੁਕਾਅ ਨਾ ਹੋਣਾ, ਇਹਦਾ ਕੀ ਕਾਰਨ ਸਮਝਦੇ ਹੋ ਤੁਸੀਂ? ਵੈਸੇ ਮੈਂ ਬੜਾ ਖੁਸ਼ ਹੁੰਦਾ ਜਦ ਮੈਂ ਅੱਜ ਕੱਲ੍ਹ ਸਿੱਖ ਨੌਜਵਾਨਾਂ ਨੂੰ ਵੇਖਣਾ ਕਿ ਉਹ ਡੋਨਲਡ ਟਰੰਪ ਦੀ ਸਪੋਰਟ ਵਿੱਚ ਆ ਰਹੇ ਨੇ, ਰਿਪਬਲਿਕਨ ਪਾਰਟੀ 'ਚ ਆ ਰਹੇ ਨੇ। ਤੁਹਾਨੂੰ ਤਾਂ ਯਾਦ ਹੋਣਾ ਕਿ 2015 ਦੀ ਕੈਂਪੇਨ ਵਿੱਚ ਇਕੱਲੇ ਹੀ ਮੈਂ ਲੱਗਾ ਹੋਇਆ ਸੀ ਤੇ ਕਿਸ ਕਿਸਮ ਦੀ ਹੇਟ ਮੇਲ ਆਉਂਦੀ ਸੀ, ਕਿਸ ਕਿਸਮ ਦੇ ਸਾਨੂੰ ਇੱਕ ਕਿਸਮ ਦੀਆਂ ਗਾਲਾਂ ਪਈਆਂ ਸੀ ਕਿ ਇੱਥੇ ਤੱਕ ਕਿਹਾ ਗਿਆ ਸੀ ਕਿ ਤੁਸੀਂ ਤਾਂ ਸਿੱਖ ਹੀ ਨਹੀਂ ਹੋ ਜੇ ਤੁਸੀਂ ਡੋਨਲਡ ਟਰੰਪ ਨੂੰ ਸਪੋਰਟ ਕਰਦੇ ਹੋ। ਔਰ ਸਿੱਖੀ ਦਾ ਤਾਂ ਇਹਦੇ 'ਚ ਕੋਈ ਮੈਨੂੰ ਕਦੇ ਕੋਈ ਰਿਲੇਸ਼ਨਸ਼ਿਪ ਨਹੀਂ ਲੱਗਿਆ। ਪਰ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਮੈਂ ਦੇਖ ਰਿਹਾ ਕਿ ਸਾਡਾ ਯੂਥ ਜਿਹੜਾ ਹੈ ਉਹ ਦੇਖ ਰਿਹਾ ਹੈ ਕਿ ਵੀ ਰਿਪਬਲਿਕਨ ਪਾਰਟੀ ਜਿਹੜੀ ਹੈ ਉਹ ਉਹਦੇ ਵਿੱਚ ਓਪਰਚੁਨਿਟੀਜ਼ ਸਾਡੇ ਵਾਸਤੇ ਬਹੁਤ ਨੇ। ਜੇ ਤੁਸੀਂ ਵੇਖੋ ਨਿੱਕੀ ਹੇਲੀ ਜਿਹੜੀ ਆਪਣੀ ਅੰਮ੍ਰਿਤਸਰ ਦੀ ਹੈ, ਰੰਧਾਵਾ ਨੇ, ਨਿੱਕੀ ਰੰਧਾਵਾ, ਉਹ ਨਾਰਥ ਕੈਰੋਲਾਈਨਾ ਦੇ ਸਾਊਥ ਕੈਰੋਲਾਈਨਾ ਦੇ ਪਹਿਲੀ ਗਵਰਨਰ ਸੀ ਇੰਡੀਅਨ ਓਰੀਜਨ ਦੀ। ਬੌਬੀ ਜਿੰਦਲ ਉਹ ਲੁਈਜ਼ੀਆਨਾ ਦੇ ਗਵਰਨਰ ਬਣੇ ਸੀ ਔਰ ਇਹ ਦੋਨੋਂ ਰਿਪਬਲਿਕਨ ਪਾਰਟੀ 'ਚੋਂ ਬਣੇ ਸੀ। ਰਿਪਬਲਿਕਨ ਪਾਰਟੀ ਵਿੱਚ ਮਾਈਨੋਰਟੀਜ਼ ਵਾਸਤੇ ਹਾਲੀ ਵੀ ਬਹੁਤ, ਜਿਹਨੂੰ ਕਹਿੰਦੇ ਨਾ, ਜਗ੍ਹਾ ਹੈ, ਕਾਫੀ ਰੂਮ ਹੈ ਅੱਗੇ ਆਉਣ ਵਾਸਤੇ। ਡੈਮੋਕ੍ਰੈਟਿਕ ਪਾਰਟੀ ਜਿਹੜੀ ਅਨਫੋਰਚੂਨੇਟਲੀ ਉੱਥੇ ਸਭ ਤੋਂ ਅੱਗੇ ਅਫਰੀਕਨ ਅਮਰੀਕਨਸ ਆਉਂਦੇ ਨੇ, ਸਭ ਤੋਂ ਉੱਪਰ ਮਿਨੋਰਿਟੀ ਵਿੱਚ, ਉਸ ਤੋਂ ਬਾਅਦ ਹਿਸਪੈਨਿਕਸ ਆਉਂਦੇ ਨੇ, ਤੇ ਸਾਡਾ ਜਿਹੜੇ ਅਸੀਂ ਸਾਊਥ ਏਸ਼ੀਅਨ ਆ, ਸਾਡਾ ਤਾਂ ਨੰਬਰ ਉੱਥੇ ਕਿਧਰੇ ਲੱਗਦਾ ਨਹੀਂ। ਸੋ ਅਸੀਂ ਆਪਣੀ ਜਿਹੜੀ ਕਮਿਊਨਿਟੀ ਬਾਰੇ ਸੋਚ ਕੇ, ਸਾਨੂੰ ਜਿੱਥੇ ਜਿਹੜੀ ਪਾਰਟੀ ਸਾਡੀ ਕਮਿਊਨਿਟੀ ਨੂੰ ਜ਼ਿਆਦਾ ਲਿਫਟ ਕਰੇ, ਜਿੱਥੇ ਸਾਡੇ ਵਾਸਤੇ ਜ਼ਿਆਦਾ ਓਪਰਚੁਨਿਟੀਜ਼ ਨੇ, ਸਾਨੂੰ ਉੱਥੇ ਜਾਣਾ ਚਾਹੀਦਾ। ਅਨਫੋਰਚੂਨੇਟਲੀ ਸਾਡੀ ਕਮਿਊਨਿਟੀ ਜਦੋਂ ਨਵੇਂ ਇਮੀਗ੍ਰੈਂਟ ਇੱਥੇ ਆਉਂਦੇ ਨੇ, ਨਵੇਂ ਉਹ ਸਾਰਾ ਉਹ ਇੱਕ ਭੇਡ ਚਾਲ ਜਿਹੜੀ ਜਿਵੇਂ ਹੁੰਦੀ ਨਾ, ਇੱਕ ਦੂਜੇ ਨੂੰ ਫੋਲੋ ਕਰਨਾ, ਉਹ ਵੀ ਡੈਮੋਕ੍ਰੇਟ, ਅੱਛਾ ਡੈਮੋਕ੍ਰੇਟ। ਪਰ ਜਦੋਂ ਇੱਥੇ ਆ ਕੇ ਸਿਸਟਮ ਸਮਝਦੇ ਨੇ, ਜਦੋਂ ਉਹਨਾਂ ਨੂੰ ਚੀਜ਼ਾਂ ਸਮਝ ਆਉਂਦੀਆਂ ਨੇ, ਉਹ ਇਹ ਵੀ ਕਹਿੰਦੇ ਨੇ ਕਿ ਯਾਰ ਸਾਡੇ ਜਿਹੜੇ ਵੈਲਿਊਜ਼ ਨੇ, ਅਸੀਂ ਇੰਡੀਅਨ ਵੈਲਿਊਜ਼ ਜਾਂ ਸਿੱਖੀ ਦੇ ਜਿਹੜੇ ਵੈਲਿਊਜ਼ ਨੇ, ਦੇ ਆਰ ਮੋਰ ਕੰਜ਼ਰਵੇਟਿਵ ਐਂਡ ਵੀ ਅਲਾਈਨ ਮੋਰ ਵਿਦ ਦ ਰਿਪਬਲਿਕਨ ਪਾਰਟੀ। ਤੁਸੀਂ ਹੁਣੇ ਗੱਲ ਕੀਤੀ ਸੀਗੀ ਕਿ ਜਦੋਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਨਾਲ ਤੁਸੀਂ ਖਲੋਤੇ ਹੋ, ਤੁਹਾਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ। ਇਹ ਵਿਰੋਧ ਦਾ ਤੁਹਾਨੂੰ ਸਾਹਮਣਾ ਉਦੋਂ ਵੀ ਕਰਨਾ ਪਿਆ ਸੀ ਜਦੋਂ ਤੁਸੀਂ ਸਿੱਖਾਂ ਦੇ ਮਸਲਿਆਂ ਨੂੰ ਪ੍ਰਾਈਮ ਮਿਨਿਸਟਰ ਮੋਦੀ ਕੋਲ ਚੁੱਕਿਆ ਸੀ। ਅੱਜ ਵੀ ਸਿੱਖਸ ਆਫ ਅਮਰੀਕਾ ਇਹ ਗੱਲ ਕਰ ਰਿਹਾ ਹੈ ਕਿ ਰਾਮ ਮੰਦਿਰ ਦੇ ਉੱਤੇ ਤੁਸੀਂ ਮੁਬਾਰਕਬਾਦ ਦਿੱਤੀ ਹੈ, ਜਦੋਂ ਕਿ ਕਈ ਜਥੇਬੰਦੀਆਂ, ਕਈ ਸਿੱਖ ਸੰਗਠਨ ਇਹਦਾ ਡਟਵਾਂ ਵਿਰੋਧ ਕਰ ਰਹੇ ਨੇ। ਜਾਂ ਪ੍ਰਾਈਮ ਮਿਨਿਸਟਰ ਮੋਦੀ ਨੂੰ ਜਦੋਂ ਮਿਲਦੇ ਹੋ ਉਦੋਂ ਆਪਣੇ ਲਈ ਜਾਂ ਕੋਈ ਜਾਤੀ ਇੰਟਰਸਟ ਹੁੰਦੇ ਨੇ, ਜਿਸ ਤਰੀਕੇ ਨਾਲ ਤੁਹਾਨੂੰ ਇਹਨਾਂ ਵਿਰੋਧਾਂ ਦਾ ਸਾਹਮਣਾ ਕਰਨਾ ਪੈਂਦਾ, ਇਹਨਾਂ ਕਾਰਨਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ? ਦੇਖੋ ਜੀ, ਸਭ ਤੋਂ ਪਹਿਲਾਂ ਤੇ ਜਦੋਂ ਪ੍ਰਾਈਮ ਮਿਨਿਸਟਰ ਮੋਦੀ ਨੂੰ ਮਿਲਨੇ ਆ ਤੇ ਸਿੱਖ ਕਾਜ਼ ਵਾਸਤੇ ਅਸੀਂ ਜਾਂਦੇ ਹਾਂ। ਸਾਡੀ ਕੋਈ ਪਰਸਨਲ ਉਹਨਾਂ ਕੋਲ, ਮੈਂ ਕੋਈ ਸੀਮੈਂਟ ਦੀ ਫੈਕਟਰੀ ਦੇ ਪਰਮਿਟ ਤੇ ਲੈਣੀ ਨਹੀਂ ਕਿ ਮੈਂ ਹੁਣ ਜਾ ਕੇ ਤੇ ਇੰਡੀਆ ਸੀਮੈਂਟ ਦੀ ਫੈਕਟਰੀ ਲਾਣੀ, ਕੋਈ ਪਰਸਨਲ ਗੇਨ ਹੈ ਨਹੀਂ। ਪਰ ਹਾਂ, ਕੌਮ ਵਾਸਤੇ ਹੈ ਕਿ ਸਿੱਖ ਕੌਮ ਵਾਸਤੇ ਨੈਗੋਸ਼ੀਏਸ਼ਨਸ ਨਾਲ ਜਿਹੜੀ ਗੱਲ ਹੋ ਸਕੇ, ਔਰ ਕਾਫੀ ਮਸਲੇ ਪੂਰੇ ਵੀ ਹੋਏ ਨੇ। ਜਿਹੜੀ ਕਾਲੀ ਸੂਚੀ ਸੀ ਉਹ ਖਤਮ ਹੋਈ ਹੈ, ਵੀਜ਼ਾ ਦੀ ਰਿਸਟ੍ਰਿਕਸ਼ਨਸ ਖਤਮ ਹੋਈਆਂ ਨੇ ਸਿੱਖਾਂ ਵਾਸਤੇ। ਜਿਹੜੇ 84 ਦੇ ਉਹਨਾਂ ਨੇ ਜਸਟਿਸ ਦੰਗੇ ਦੇ ਕੇਸਿਸ ਖੋਲ੍ਹੇ ਸੀ, ਉਹ ਸਾਰੇ ਮੈਂ ਸਮਝਦਾ ਜਿਹੜੇ NRI ਸਿੱਖਸ ਅਸੀਂ ਬਾਹਰੋਂ ਪ੍ਰੈਸ਼ਰ ਪਾਇਆ ਹੈ ਤੇ ਉਹਦਾ ਕਾਫੀ ਅਸਰ ਦੇਖਿਆ। ਤੁਸੀਂ ਵੀ ਨਾਲ ਸੀ ਜਦੋਂ ਅਸੀਂ ਪਹਿਲੀ ਵਾਰੀ ਪ੍ਰਾਈਮ ਮਿਨਿਸਟਰ ਮੋਦੀ ਨੂੰ ਮਿਲੇ ਸੀ, ਤੇ ਉਹਦੇ ਕਾਫੀ ਅਸੀਂ ਦੇਖਿਆ ਪੋਜ਼ਿਟਿਵ ਰਿਜ਼ਲਟਸ ਆਏ ਨੇ। ਜਿਹੜੀ ਰਾਮ ਮੰਦਿਰ ਦੀ ਗੱਲ ਹੈ,
ਰਾਮ ਮੰਦਿਰ ਦੇ ਇਹ ਤੇ ਕੋਈ ਵੀ ਨਹੀਂ ਕਹਿੰਦਾ ਕਿ ਜਿਹੜਾ 1992 ਵਿੱਚ ਮਸਜਿਦ ਤੋੜੀ ਗਈ ਸੀ ਉਹ ਸਹੀ ਕੀਤਾ ਸੀ। ਉਹ ਸਾਰੇ ਕਹਿੰਦੇ ਨੇ ਬਿਲਕੁਲ ਗਲਤ ਸੀ। ਪਰ ਉਸ ਤੋਂ ਬਾਅਦ ਜਿਹੜੀ ਸੁੰਨੀ ਵਕਫ ਬੋਰਡ ਹੈ ਉਹਨਾਂ ਨੇ 30 ਸਾਲ ਤੱਕ ਇਹ ਲੜਾਈ ਲੜੀ ਸੀ ਔਰ ਉਹਨਾਂ ਨੇ ਕਿਹਾ ਸੀ ਕਿ ਜੋ ਸੁਪਰੀਮ ਕੋਰਟ ਦਾ ਫੈਸਲਾ ਆਏਗਾ ਉਹ ਅਸੀਂ ਮੰਨਾਂਗੇ। ਔਰ ਭਾਰਤ ਦੇ ਸੁਪਰੀਮ ਕੋਰਟ ਨੇ 9 ਨਵੰਬਰ 2019 ਨੂੰ ਇਹ ਫੈਸਲਾ ਦੇ ਦਿੱਤਾ ਸੀ ਕਿ ਇੱਥੇ ਹੁਣ ਤੁਸੀਂ ਮੰਦਿਰ ਬਣਾ ਸਕਦੇ ਹੋ। ਨਾਲ ਹੀ ਸਾਡੇ ਮੁਸਲਮਾਨ ਭਰਾਵਾਂ ਨੂੰ ਵੀ ਕਿਹਾ ਸੀ ਕਿ ਤੁਹਾਨੂੰ 5 ਏਕੜ ਜ਼ਮੀਨ ਦਿੱਤੀ ਜਾਂਦੀ ਹੈ, ਤੁਸੀਂ ਇੱਥੇ ਵੀ ਮਸਜਿਦ ਬਣਾਓ। ਹੁਣ ਉਹਨਾਂ ਨੇ ਇਹ ਫੈਸਲਾ ਮੰਨ ਲਿਆ, ਉਹਨਾਂ ਨੇ ਜ਼ਮੀਨ ਐਕਸੈਪਟ ਕੀਤੀ ਹੈ। ਸਾਡੇ ਜਿਹੜੇ ਹਿੰਦੂ ਭੈਣ ਭਰਾ ਨੇ ਇਹ ਵੀ ਇੱਕ ਸਦੀਆਂ ਦੀ ਲੜਾਈ ਲੜ ਰਹੇ ਸਨ। ਜੇ ਅੱਜ ਉਹ ਮੰਦਿਰ ਦਾ ਸ਼ਿਲਾਨਿਆਸ ਰੱਖ ਰਹੇ ਨੇ, ਭੂਮੀ ਪੂਜਨ ਕਰ ਰਹੇ ਨੇ, ਤੇ ਸਾਡਾ ਫਰਜ਼ ਬਣਦਾ ਅਸੀਂ ਉਹਨਾਂ ਨੂੰ ਮੁਬਾਰਕ ਦਈਏ। ਨਾਲ ਹੀ ਅਸੀਂ ਮੁਸਲਮਾਨ ਭਰਾਵਾਂ ਨੂੰ ਵੀ ਕਹਿੰਦੇ ਹਾਂ ਕਿ ਤੁਸੀਂ ਜਿੰਨੀ ਵੱਡੀ ਔਰ ਸ਼ਾਨਦਾਰ ਮਸਜਿਦ ਵੀ ਤੁਸੀਂ ਉੱਥੇ ਬਣਾਓ, ਅਸੀਂ ਤੁਹਾਡੇ ਨਾਲ ਰਵਾਂਗੇ ਔਰ ਨਾਲ ਆ ਕੇ ਤੁਹਾਡੀ ਹੈਲਪ ਵੀ ਕਰਾਂਗੇ ਤਾਂ ਕਿ ਮੰਦਿਰ ਤੇ ਮਸਜਿਦ ਇਕੱਠੇ ਇੱਕ ਦੁਨੀਆ ਨੂੰ ਸੁਨੇਹਾ ਜਾਏ ਕਿ ਇੰਡੀਆ ਵਿੱਚ ਅਸੀਂ ਧਰਮ ਨਿਰਪੇਖ ਇੱਕ ਸੈਕੂਲਰ ਕੰਟਰੀ ਹੈ, ਇੱਥੇ ਮੰਦਿਰ ਮਸਜਿਦ ਗੁਰਦੁਆਰੇ ਗਿਰਜੇ ਸਾਰੇ ਇਕੱਠੇ ਰਹਿ ਸਕਦੇ ਨੇ। ਔਰ ਇੱਕ ਗੱਲ ਹੋਰ ਵੀ ਮੈਂ ਕਹਿਣਾ ਚਾਹਾਂਗਾ ਕਿ ਜਦ ਸਾਡੇ 550 ਸਾਲਾ ਗੁਰੂ ਨਾਨਕ ਦੇਵ ਜੀ ਦਾ ਹੁਣੇ ਪਿੱਛੇ ਗੁਰਪੁਰਬ ਮਨਾਏ ਗਏ ਨੇ, ਪੂਰਾ ਸਾਲ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਕੁਝ ਸਾਲ ਪਹਿਲੇ ਮਨਾਇਆ ਗਿਆ ਸੀ ਪਟਨਾ ਵਿੱਚ, ਤੇ ਉਸ ਵੇਲੇ ਜਿੰਨੇ ਹਿੰਦੂ ਸਨ ਉਹਨਾਂ ਨੇ ਸਾਨੂੰ ਮੁਬਾਰਕਬਾਦਾਂ ਦਿੱਤੀਆਂ ਨੇ ਹਰ ਸਾਡੇ, ਤੇ ਇਹਦੇ ਵਿੱਚ ਮੈਂ ਸਮਝਦਾ ਕੋਈ ਬੁਰੀ ਗੱਲ ਨਹੀਂ ਹੈ। ਮੈਂ ਆਪਣੇ ਦਰਸ਼ਕਾਂ ਨੂੰ ਇਹ ਵੀ ਯਾਦ ਕਰਵਾ ਦਿਆਂ, ਜਿਵੇਂ ਜਸਦੀਪ ਸਿੰਘ ਜੈਸੀ ਹੋਰਾਂ ਨੇ ਕਿਹਾ, ਬਹੁਤ ਸਾਰੇ ਮਸਲੇ ਸੀ ਜਿਹੜੇ 2015 'ਚ ਸ਼ੁਰੂ ਕੀਤੇ ਸੀ, ਅੱਜ 2020 ਤੱਕ ਨੇ। ਜਿਹੜੇ ਪੋਲੀਟੀਕਲ ਅਸਾਈਲਮ ਦੇ ਕੇਸਾਂ ਵਿੱਚ ਇੱਥੇ ਆਏ ਸੀ ਉਹਨਾਂ ਦੇ ਪਰਿਵਾਰਾਂ ਨੂੰ ਤੇ ਉਹਨਾਂ ਨੂੰ ਖੁਦ ਨੂੰ ਪਾਸਪੋਰਟ ਤੇ ਵੀਜ਼ੇ ਮਿਲੇ ਨੇ ਜਿਹੜੇ ਆਪਣੇ ਪਰਿਵਾਰਾਂ ਨੂੰ ਜਾ ਕੇ ਮਿਲ ਕੇ ਆਏ ਨੇ। ਔਰ ਸਾਡੀ ਕੋਸ਼ਿਸ਼ ਹੈ ਕਿ ਅਜੇ ਵੀ ਇਹ ਮਸਲੇ ਜਿਹੜੇ ਨੇ ਇਹਨਾਂ ਨੂੰ ਪ੍ਰਮੁੱਖਤਾ ਨਾਲ ਉਭਾਰੀਏ ਤੇ ਅਜਿਹੀ ਲੀਡਰਸ਼ਿਪ ਤੋਂ ਇਹਨਾਂ ਚੀਜ਼ਾਂ ਦੇ ਜਵਾਬ ਮੰਗੀਏ। ਮੋਦੀ ਜੀ ਨੇ ਇੱਕ ਬਿਆਨ ਦਿੱਤਾ ਹੈ ਉੱਥੇ ਗੋਬਿੰਦ ਰਾਮਾਇਣ ਦਾ, ਤੁਸੀਂ ਇਹਦੇ ਬਾਰੇ ਕੀ ਕਹੋਗੇ? ਗੋਬਿੰਦ ਰਾਮਾਇਣ ਦੇ ਬਾਰੇ ਵਿੱਚ ਮੈਨੂੰ ਜ਼ਿਆਦਾ ਜਾਣਕਾਰੀ ਨਹੀਂ ਹੈ, ਪਰ ਜਿੱਥੇ ਤੱਕ ਮੈਂ ਬਚਪਨ ਤੋਂ ਸੁਣਦਾ ਆਇਆ ਜੀ, ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਾਨੂੰ ਇੱਕੋ ਗੱਲ ਕਹੀ ਹੈ ਕਿ ਨਾ ਸਾਨੂੰ ਕ੍ਰਿਸ਼ਨ, ਗਣੇਸ਼, ਰਾਮ, ਸਾਨੂੰ ਕਿਸੇ ਦੀ ਲੋੜ ਨਹੀਂ ਹੈ, ਸਾਡੀ ਲਿਵ ਸਿੱਧੀ ਅਕਾਲ ਪੁਰਖ ਨਾਲ ਲੱਗੀ ਹੈ ਜੀ। ਤੇ ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਜਿਹੜੀ ਉਹਨਾਂ ਨੇ ਖਾਲਸਾ ਨੂੰ ਸਾਜਿਆ ਹੈ ਔਰ ਜਿਹੜਾ ਇੱਕ ਸਾਨੂੰ ਸਿੱਧਾ ਰਸਤਾ ਦਿਖਾਇਆ ਹੈ ਕਿ ਸਾਡੀ ਸਿੱਧੀ ਅਕਾਲ ਪੁਰਖ ਨਾਲ ਹੋਣੀ ਚਾਹੀਦੀ ਹੈ, ਤੇ ਮੈਂ ਉਹਨੂੰ ਫੋਲੋ ਕਰਦਾ। ਔਰ ਜਿਹੜੀ ਅਸੀਂ ਮੈਂ ਪੂਰਾ ਇਹ ਵੀ ਮੰਨਦਾ ਕਿ ਜਿਹੜੀ ਸਾਡਾ ਸਿੱਖ ਧਰਮ ਹੈ ਇੱਕ ਸੈਪਰੇਟ ਇੰਡੀਪੈਂਡੈਂਟ ਧਰਮ ਹੈ। ਬਲਕਿ ਅਸੀਂ ਲਾਸਟ ਟਾਈਮ ਜਦੋਂ ਹਿਊਸਟਨ ਵਿੱਚ ਪ੍ਰਧਾਨ ਮੰਤਰੀ ਮੋਦੀ ਨੂੰ ਮਿਲੇ ਸੀ, ਸਾਡੀ ਇੱਕ ਇਹ ਵੀ ਮੰਗ ਸੀ ਕਿ ਆਰਟੀਕਲ 25 ਕੌਂਸਟੀਟਿਊਸ਼ਨ ਦਾ ਜਿਹੜਾ ਸਿੱਖਾਂ ਨੂੰ ਹਾਲੇ ਤੱਕ ਇੱਕ ਅਲੱਗ ਧਰਮ ਨਹੀਂ ਮੰਨਦਾ, ਉਹਨੂੰ ਅਮੈਂਡ ਕੀਤਾ ਜਾਏ। ਔਰ ਉਹਨਾਂ ਨੇ ਵੀ ਸਾਨੂੰ ਕਿਹਾ ਸੀ ਕਿ ਬਿਲਕੁਲ ਇਹ ਬਾਤ ਸਹੀ ਆਪ ਕਹਿ ਰਹੇ ਹੋ ਔਰ इसमें हम ज़रूर देखेंगे। तो मेरी इस बारे च यही सोच है कि वी आर अ सेपरेट रिलीजन विद आवर ओन आइडेंटिटी। ਜਾਣ ਤੋਂ ਪਹਿਲਾਂ ਆਖਰੀ ਸਵਾਲ ਮੇਰਾ ਤੁਹਾਨੂੰ, ਪਰ ਕਿਉਂਕਿ ਤੁਹਾਡਾ ਇੱਕ ਹੋਰ ਰੂਪ ਹੈਗਾ ਹੈ ਜਿਹਦੇ ਵਿੱਚ ਤੁਸੀਂ ਜੁੜੇ ਹੋਏ ਹੋ ਪ੍ਰੈਜ਼ੀਡੈਂਟ ਡੋਨਲਡ ਟਰੰਪ ਨਾਲ, ਨਾ ਕਿ ਰਿਪਬਲਿਕਨ ਪਾਰਟੀ ਨਾਲ। ਜੇ ਤੁਹਾਡੀ ਸਿਆਸਤ ਅਸੀਂ ਇੱਥੋਂ ਦੀ ਦੇਖੀਏ ਮੈਰੀਲੈਂਡ ਦੀ, ਤੇ ਉਹ ਤੁਹਾਡੀ ਆਪਣੇ ਹਿਸਾਬ ਨਾਲ ਕਿ ਕੈਂਡੀਡੇਟ ਦੇ ਹਿਸਾਬ ਨਾਲ ਕਿਹੜਾ ਕੈਂਡੀਡੇਟ ਕਿਹੜੇ ਮੁੱਦਿਆਂ ਨੂੰ ਲੈ ਕੇ ਚੱਲ ਰਿਹਾ, ਤੁਸੀਂ ਉਹਦੇ ਹਿਸਾਬ ਨਾਲ, ਇਫ ਆਈ ਐਮ ਨਾਟ ਰੋਂਗ। ਬਿਲਕੁਲ। ਸੋ ਇਸ ਵੇਲੇ ਜਿਹੜੀ ਸਾਡੀ ਇਹ ਟੋਟਲ ਲੀਡਰਸ਼ਿਪ ਹੈ, ਹਾਊ ਯੂ ਸੀ ਦਾ emergence of Sikh leadership in both moderate leadership, ਜਿਹਦੇ 'ਚ ਇਸ ਵੇਲੇ ਤੁਹਾਡੀ ਭੂਮਿਕਾ ਕਾਫੀ ਵੱਡੀ ਹੈ, ਜਿਹੜੀ ਦੂਜੀ ਸਾਡੀ ਲੀਡਰਸ਼ਿਪ ਆ ਉਹਨਾਂ ਦੇ ਆਪਣੇ ਇਸ਼ੂ ਨੇ। ਸੋ ਤੁਸੀਂ ਕਿਵੇਂ ਦੇਖਦੇ ਹੋ ਇਹਨਾਂ ਤੋਂ? ਇਸ ਤੋਂ ਪਹਿਲਾਂ ਮੈਨੂੰ ਐਡਰੈਸ ਕਰਾਂ, ਮੈਂ ਤੁਹਾਡਾ ਗੋਬਿੰਦ ਰਾਮਾਇਣ ਬਾਰੇ ਜਰਾ ਜਿਹਾ ਕਲੈਰੀਫਾਈ ਕਰਨਾ ਚਾਹੁੰਦਾ। ਮੈਂ ਕਹਿੰਦਾ ਇਹ ਜਿਹੜਾ ਕੰਟਰੋਵਰਸੀ ਸ਼ੁਰੂ ਹੋਈ ਹੈ ਇਹਦੇ ਵਾਸਤੇ ਮੈਂ ਸਮਝਦਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ, ਬੜੇ ਵਿਦਵਾਨ ਸਾਡੇ ਜਥੇਦਾਰ ਨੇ, ਬੜੇ ਸਾਲਾਂ ਬਾਅਦ ਮੈਂ ਸਮਝਦਾ ਕਿ ਬੜੇ ਹੀ ਜੋਸ਼ ਵਾਲੇ ਸਾਡੇ ਜਥੇਦਾਰ ਸਾਹਿਬ ਆਏ ਨੇ। ਮੈਂ ਉਹਨਾਂ ਨੂੰ ਅਪੀਲ ਕਰਾਂਗਾ ਕਿ ਇਸ ਬਾਰੇ ਉਹ ਕਲੈਰੀਫਿਕੇਸ਼ਨ ਦੇਣ ਪੂਰੀ ਕੌਮ ਨੂੰ ਔਰ ਦੱਸਣ ਕਿ ਇਹਦਾ ਕੀ ਹੈ। ਇਹ ਮੇਰੇ ਖਿਆਲ ਉਹਨਾਂ ਦਾ ਫੀਲਡ ਹੈ, ਉਹਨਾਂ ਦਾ ਮਸਲਾ, ਅਸੀਂ ਉਹਨਾਂ ਨੂੰ ਫੋਲੋ ਕਰਨਾ ਹੈ। ਤੇ ਬਾਕੀ ਜਿਹੜੀ ਮੋਡਰੇਟ ਤੇ ਸਿੱਖ ਰਿਲੇਸ਼ਨਸ਼ਿਪ, ਜਿਹੜੀ ਥੋੜ੍ਹੀ ਜਿਹੀ ਗਰਮ ਖਿਆਲੀ ਲੀਡਰਸ਼ਿਪ ਹੈ,
ਪਹਿਲੀ ਗੱਲ ਤੇ ਆਪਾਂ ਇਹ ਸੋਚੀ ਕਿ ਸਾਰੇ ਅਸੀਂ ਸਿੱਖ ਹਾਂ, ਚਾਹੇ ਮੋਡਰੇਟ ਆ ਚਾਹੇ ਗਰਮ ਖਿਆਲੀ ਆ, ਅਸੀਂ ਸਾਰੇ ਸਿੱਖ ਹਾਂ ਐਂਡ ਵੀ ਸ਼ੁੱਡ ਬੀ ਯੂਨਾਈਟਿਡ। ਸਾਡਾ ਸਾਰਿਆਂ ਦਾ ਇੱਕੋ ਹੀ ਮੇਨ ਗੋਲ ਹੈ ਕਿ ਅਸੀਂ ਆਪਣੀ ਕਮਿਊਨਿਟੀ ਨੂੰ, ਸਿੱਖਾਂ ਨੂੰ ਉੱਪਰ ਲੈ ਕੇ ਆਈਏ, ਸਿੱਖੀ ਵਾਸਤੇ ਕੰਮ ਕਰੀਏ। ਉਹਨਾਂ ਦਾ ਆਪਣਾ ਰਸਤਾ ਹੈ ਕੰਮ ਕਰਨ ਦਾ, ਸਾਡਾ ਆਪਣਾ ਰਸਤਾ ਕੰਮ ਕਰਨ ਦਾ ਤਰੀਕਾ ਹੈ। ਔਰ ਐਂਡ ਆਫ ਦ ਡੇ ਵੀ ਸ਼ੁੱਡ ਨਾਟ ਇਹ ਨਾ ਸੋਚੀਏ, ਇਹ ਨਾ ਕੋਈ ਐਸਾ ਕਦਮ ਕਰੀਏ ਕਿ ਸਿੱਖੀ ਨੂੰ, ਸਾਡੀ ਕਮਿਊਨਿਟੀ ਨੂੰ ਉਹਦੇ ਨਾਲ ਕੋਈ ਨੁਕਸਾਨ ਹੋਏ। ਜੀ, ਤੁਹਾਡਾ ਬਹੁਤ ਬਹੁਤ ਟਾਈਮ ਦੇਣ ਲਈ ਧੰਨਵਾਦ। ਆਪਣੇ ਦਰਸ਼ਕਾਂ ਨੂੰ ਮੁੜ ਕੇ ਯਾਦ ਕਰਵਾ ਦਈਏ ਕਿ ਇਸ ਵੇਲੇ ਜਿਹੜੇ ਸਾਡੇ ਇੱਥੋਂ ਦੀ ਮੁੱਖ ਧਰਾਈ ਸਿਆਸਤ ਦੇ ਮਸਲੇ ਨੇ, ਜਾਂ ਇੱਥੋਂ ਦੀ ਮੁੱਖ ਧਰਾਈ ਸਿਆਸਤ ਨੂੰ ਸਮਝਣਾ, ਇਹਦੇ ਬਾਰੇ ਐਕਟ ਕਰਨਾ, ਘਰਾਂ ਤੋਂ ਬਾਹਰ ਨਿਕਲਣਾ, ਵੋਟਿੰਗ ਕਰਨੀ, ਚਾਹੇ ਉਹ ਮੇਲ ਇਨ ਵੋਟਿੰਗ ਹੋਵੇ ਜਾਂ ਇਨ ਪਰਸਨ ਵੋਟਿੰਗ ਹੋਵੇ। ਮਸਲੇ ਸਾਡੇ ਪੰਜਾਬ ਨਾਲ ਜੁੜੇ ਹੋਏ ਨੇ, ਪਰ ਸਾਡੀ ਬਹੁਤ ਵੱਡੀ ਪ੍ਰਾਇਓਰਟੀ ਆ ਆਪਣੇ ਇੱਥੋਂ ਦੇ ਯੂਥ ਦੇ ਬਾਰੇ ਕੁਝ ਨਵੀਆਂ ਪੈੜਾਂ ਛੱਡ ਕੇ ਜਾਣੀ। ਜ਼ਰੂਰਤ ਹੈ ਇਸ ਗੱਲ ਦੀ ਕਿ ਜਿਹੜੇ ਕੋਈ ਇਸ ਤਰ੍ਹਾਂ ਦੇ ਮਸਲੇ ਨੇ ਧਾਰਮਿਕ ਖੇਤਰ ਦੇ ਵਿੱਚ, ਸਿੱਖਾਂ ਨੂੰ ਚਿੰਤਤ ਹੋਣ ਨਾਲੋਂ ਚਿੰਤਨ ਕਰਨਾ ਜ਼ਿਆਦਾ ਜ਼ਰੂਰੀ ਹੈ। ਸਿੱਖ ਧਰਮ ਨੂੰ ਖਤਰਾ ਨਹੀਂ, ਖਤਰਾ ਹੈ ਆਪਣਿਆਂ ਤੋਂ। ਅਸੀਂ ਆਪ ਇਕੱਠਿਆਂ ਕਿਵੇਂ ਹੋਣਾ ਹੈ, ਇਹ ਸਾਨੂੰ ਦੇਖਣਾ ਪੈਣਾ ਹੈ। ਨਵੇਂ ਮੁੱਦੇ ਨਾਲ ਫਿਰ ਹਾਜ਼ਰ ਹੋਵਾਂਗੇ। ਆਪਣੀ ਫੀਡਬੈਕ ਤੁਸੀਂ ਸਾਨੂੰ ਦੇ ਸਕਦੇ ਹੋ। ਤੁਹਾਡਾ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ, ਬਹੁਤ ਬਹੁਤ ਥੈਂਕ ਯੂ।